ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਡਰ ਐਸਐਸਟੀ ਲੈਕਚਰਰ ਹਿਸਟਰੀ ਪੀਐਸਟੈਟ ਔਰ ਸੀਟੈਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਜੀ ਬੁੱਧ ਧਰਮ। ਸੋ ਬੁੱਧ ਧਰਮ ਦੇ ਨਾਲ ਰਿਲੇਟਡ ਇੰਪੋਰਟੈਂਟ 60 MCQ ਡਿਸਕਸ ਕਰਾਂਗੇ ਜੀ, ਜਿਨ੍ਹਾਂ ਦੇ ਰਾਹੀਂ ਆਪਾਂ ਪੂਰੇ ਟੌਪਿਕ ਨੂੰ ਵਧੀਆ ਤਰੀਕੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਨਵੇਂ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਜਾ ਕੇ ਇਸ ਤੋਂ ਪਹਿਲਾਂ ਕਾफ़ੀ ਜ਼ਿਆਦਾ ਅਸੀਂ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਟੌਪਿਕ ਵਾਈਜ਼ ਜਿਹੜੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ, ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਤਿਆਰੀ ਉਹ ਕਰ ਸਕਦੇ ਹੋ ਜੀ। ਔਰ ਕੁਇਕ ਰਿਵੀਜ਼ਨ ਦੇ ਕੰਮ ਵੀ ਇਹ ਵੀਡੀਓ ਆਉਣਗੇ, ਕਿਉਂਕਿ ਆਪਾਂ ਜਲਦੀ 'ਚ ਜਿਹੜੇ ਕੁਐਸਚਨ ਨੇ ਉਹ ਕਰਨੇ ਨੇ ਜੀ। ਸੋ ਹੁਣ ਤੱਕ ਜਿਹੜੀਆਂ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜੀ। ਸੋ ਉਹਨਾਂ ਨੂੰ ਟੱਚ ਕਰਕੇ ਤੁਸੀਂ ਜਿਹੜਾ ਹੈ ਉਹ ਵੀਡੀਓ ਤੱਕ ਪਹੁੰਚ ਸਕਦੇ ਹੋ ਜੀ। ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਫਸਟ ਕੁਐਸਚਨ ਹੈ ਜੀ, ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ ਜੀ? ਸੋ 6ਵੀਂ ਸਦੀ ਪੂਰਵ ਈਸਾ ਜਿਹੜੀ ਹੈ, ਈਸਾ ਪੂਰਵ ਕਹਿ ਦਿੰਦੇ ਹਾਂ ਜਿਹਨੂੰ ਆਪਾਂ। ਧਾਰਮਿਕ ਕ੍ਰਾਂਤੀ ਦੇ ਮੁੱਖ ਨੇਤਾ ਕੇਵਲ ਮਹਾਤਮਾ ਮਹਾਵੀਰ ਹੀ ਨਹੀਂ ਸੀ ਇਸ ਦੇ ਵਿੱਚ, ਸਗੋਂ ਉਹਨਾਂ ਦੇ ਸਮਕਾਲੀ ਮਹਾਤਮਾ ਬੁੱਧ ਵੀ ਸੀ ਜੀ। ਔਰ ਉਹਨਾਂ ਨੇ ਬੁੱਧ ਧਰਮ ਦੇ ਰੂਪ ਦੇ ਵਿੱਚ ਭਾਰਤ ਵਾਸੀਆਂ ਨੂੰ ਇੱਕ ਸਰਲ ਅਤੇ ਸ਼ੁੱਧ ਧਰਮ ਜਿਹੜਾ ਪ੍ਰਦਾਨ ਕੀਤਾ ਸੀ ਜੀ। ਸੋ ਉਹਨਾਂ ਦਾ ਜਿਹੜਾ ਜਨਮ ਹੈ ਉਹ ਆਪਸ਼ਨ ਏ ਹੈ ਜੀ 563 BC ਦੇ ਵਿੱਚ ਹੋਇਆ ਸੀ ਜੀ। ਸੋ ਹੋਇਆ ਕਿੱਥੇ ਸੀ? ਲੁੰਬਿਨੀ ਪਿੰਡ ਹੈ ਜੀ ਨੇੜੇ ਕਪਿਲਵਸਤੂ ਦੇ ਵਿੱਚ। ਔਰ ਲੁੰਬਿਨੀ ਜਿਹੜਾ ਹੈ ਹੁਣ ਨੇਪਾਲ ਦੇ ਵਿੱਚ ਹੈ ਜੀ। ਔਰ ਜਨਮ ਦੇ ਨਾਲ ਸੰਬੰਧਿਤ ਇਤਿਹਾਸਕਾਰਾਂ ਦਾ ਕਾਫੀ ਮਤਭੇਦ ਹੈ ਜੀ। ਸੋ ਕੁਝ ਨੇ ਇਹਨਾਂ ਦਾ ਜਨਮ ਜਿਹੜਾ 623 ਵੀ ਦੱਸਿਆ ਜੀ, ਕੁਝ ਨੇ 577 ਈਸਾ ਪੂਰਵ ਵੀ, ਕੁਝ ਨੇ 567 ਈਸਾ ਪੂਰਵ ਵੀ ਜਿਹੜਾ ਹੈ ਦੱਸਿਆ, ਔਰ ਕੁਝ ਨੇ 563 ਈਸਾ ਪੂਰਵ ਵੀ ਦੱਸਿਆ। ਔਰ NCERT ਦੀਆਂ ਜਿਹੜੀਆਂ ਬੁੱਕਸ ਨੇ ਉਸ ਦੇ ਵਿੱਚ 563 BC ਹੈ ਜੀ। ਸੋ ਇਸ ਕਰਕੇ ਆਪਾਂ ਇਸ ਨੂੰ ਕੁਝ ਹੱਦ ਤੱਕ ਜਿਹੜਾ ਹੈ ਸਹੀ ਮੰਨ ਸਕਦੇ ਹਾਂ। ਨੈਕਸਟ ਹੈ ਜੀ ਕੁਐਸਚਨ ਨੰਬਰ 2, ਮਹਾਤਮਾ ਬੁੱਧ ਕਿਸ ਕਬੀਲੇ ਨਾਲ ਸੰਬੰਧ ਰੱਖਦੇ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਸ਼ਾਕਿਆ ਕਬੀਲੇ ਦੇ ਨਾਲ ਸੰਬੰਧ ਰੱਖਦੇ ਸੀ ਜੀ। ਔਰ ਸੂਰਜਵੰਸ਼ੀ ਕਸ਼ਤਰੀ ਕਬੀਲਾ ਸੀ ਜੀ। ਔਰ ਇਸੇ ਕਰਕੇ ਮਹਾਤਮਾ ਬੁੱਧ ਜੀ ਨੂੰ ਸ਼ਾਕ ਮੁਨੀ ਵੀ ਕਿਹਾ ਜਾਂਦਾ ਜੀ। ਜੇਕਰ ਕੁਐਸਚਨ ਆ ਜਾਏ ਸ਼ਾਕ ਮੁਨੀ ਕਿਹਨਾਂ ਨੂੰ ਕਿਹਾ ਜਾਂਦਾ, ਤਾਂ ਮਹਾਤਮਾ ਬੁੱਧ ਜੀ ਨੂੰ ਸ਼ਾਕ ਮੁਨੀ ਵੀ ਕਿਹਾ ਜਾਂਦਾ। ਅਗਲਾ ਕੁਐਸਚਨ ਹੈ ਜੀ, ਮਹਾਤਮਾ ਬੁੱਧ ਦੇ ਪਿਤਾ ਦਾ ਕੀ ਨਾਮ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਸੁਸ਼ੋਧਨ ਸੀ ਜੀ ਉਹਨਾਂ ਦਾ ਨਾਮ। ਔਰ ਮਾਤਾ ਦਾ ਨਾਮ ਜਿਹੜਾ ਹੈ ਮਹਾਮਾਇਆ ਜਾਂ ਮਹਾਦੇਵੀ ਦੱਸਿਆ ਜਾਂਦਾ ਜੀ। ਔਰ ਉਹਨਾਂ ਦੀ ਜਿਹੜੀ ਮਾਤਾ ਹੈ ਉਹ ਕੋਲੀਅਨ ਵੰਸ਼ ਦੇ ਕਸ਼ਤਰੀ ਜਿਹੜੇ ਹੈ ਰਾਜ ਘਰਾਣੇ ਨਾਲ ਸੰਬੰਧ ਰੱਖਦੀ ਸੀ ਜੀ। ਔਰ ਨੈਕਸਟ ਕੁਐਸਚਨ ਹੈ ਜੀ, ਬਾਲ ਅਵਸਥਾ ਵਿੱਚ ਮਹਾਤਮਾ ਬੁੱਧ ਦੀ ਪਾਲਣਾ ਕਿਸ ਨੇ ਕੀਤੀ ਜੀ? ਸਹੀ ਆਨਸਰ ਆਏਗਾ ਆਪਸ਼ਨ ਸੀ ਜੀ, ਗੌਤਮੀ ਨੇ ਜੀ। ਗੌਤਮੀ ਉਹਨਾਂ ਨੂੰ ਗੌਤਮੀ ਨੂੰ ਉਹਨਾਂ ਦੀ ਜਿਹੜਾ ਹੈ ਮਤਰੇਈ ਮਾਂ ਮੰਨਿਆ ਜਾਂਦਾ। ਸੋ ਗੌਤਮ ਦੇ ਜਨਮ ਤੋਂ ਕੇਵਲ 1 ਹਫ਼ਤਾ ਬਾਅਦ ਹੀ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ। ਔਰ ਪਾਲਣ ਦੀ ਜ਼ਿੰਮੇਵਾਰੀ ਉਹਨਾਂ ਦੀ ਮਾਸੀ ਸੀ ਜੀ ਪ੍ਰਜਾਪਤੀ ਗੌਤਮੀ, ਉਹਨਾਂ ਨੂੰ ਸੌਂਪੀ ਗਈ ਸੀ। ਨੈਕਸਟ ਹੈ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 5, ਕਿਸ ਰਿਸ਼ੀ ਨੇ ਭਵਿੱਖਬਾਣੀ ਕੀਤੀ ਕਿ ਸਿਧਾਰਥ ਵੱਡਾ ਹੋ ਕੇ ਇੱਕ ਨਵੇਂ ਧਰਮ ਦੀ ਨੀਂਹ ਰੱਖੇਗਾ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਰਿਸ਼ੀ ਆਸਤ ਨੇ ਜੀ। ਸੋ ਸੁਸ਼ੋਧਨ ਨੇ ਆਪਣੇ ਪੁੱਤਰ ਦੀ ਜਨਮ ਪੱਤਰੀ ਤਿਆਰ ਕਰਨ ਲਈ 2 ਵਿਦਵਾਨਾਂ ਨੂੰ ਬੁਲਾਇਆ ਸੀ ਜੀ। ਉਹਨਾਂ ਦੇ ਵਿੱਚੋਂ ਹੀ ਸੀ ਇੱਕ ਰਿਸ਼ੀ ਆਸਤ ਜੀ। ਉਹਨਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਬਾਲਕ ਜਿਹੜਾ ਵੱਡਾ ਹੋ ਕੇ ਮਹਾਨ ਪੁਰਸ਼ ਬਣੇਗਾ ਅਤੇ ਸੰਸਾਰ ਨੂੰ ਤਿਆਗ ਕੇ ਇੱਕ ਨਵੇਂ ਧਰਮ ਦਾ ਨੀਂਹ ਰੱਖੇਗਾ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 6, ਮਹਾਤਮਾ ਬੁੱਧ ਦਾ ਵਿਆਹ ਕਿਸ ਨਾਲ ਹੋਇਆ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਯਸ਼ੋਧਰਾ ਦੇ ਨਾਲ ਹੋਇਆ ਸੀ ਜੀ, ਜੋ ਕਿ ਸ਼ਾਕਿਆ ਕਬੀਲੇ ਦੇ ਨਾਲ ਸੰਬੰਧ ਰੱਖਦੀ ਸੀ। ਕੁਐਸਚਨ ਨੰਬਰ 7 ਹੈ ਜੀ, ਮਹਾਤਮਾ ਬੁੱਧ ਦੇ ਪੁੱਤਰ ਦਾ ਕੀ ਨਾਂ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਰਾਹੁਲ ਜੀ, ਔਰ ਜਿਸ ਦਾ ਅਰਥ ਹੈ ਬੰਧਨ। ਔਰ ਰਾਹੁਲ ਉਹਨਾਂ ਨੇ ਤਾਂ ਰੱਖਿਆ ਕਿਉਂਕਿ ਉਹ ਗੌਤਮ ਜਿਹੜੇ ਸੀ ਉਸ ਨੂੰ ਇੱਕ ਆਪਣੇ ਬੱਚੇ ਨੂੰ ਰਾਹੁਲ ਨੂੰ ਜਿਹੜਾ ਹੈ ਨਵਾਂ ਬੰਧਨ ਸਮਝਦੇ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 8, ਆਪਣੇ ਸਾਥੀ ਚੰਨ ਨਾਲ ਸੈਰ ਕਰਦੇ ਹੋਏ ਕਿੰਨੇ ਦ੍ਰਿਸ਼ ਵੇਖੇ ਜਿਨ੍ਹਾਂ ਨੂੰ ਗੌਤਮ ਦੇ ਮਨ 'ਤੇ ਜਿਹੜਾ ਪ੍ਰਭਾਵ ਪਿਆ ਜਿਨ੍ਹਾਂ ਦਾ? ਸਹੀ ਆਨਸਰ ਹੈ ਜੀ ਆਪਸ਼ਨ ਬੀ, 4 ਦੇਖੇ ਸੀ ਜੀ। ਬੁੱਢੇ ਵਿਅਕਤੀ ਨੂੰ, ਬਿਮਾਰ ਵਿਅਕਤੀ ਨੂੰ, ਇੱਕ ਮੁਰਦਾ ਅਤੇ ਸੰਨਿਆਸੀ ਦੇਖਿਆ ਸੀ ਜੀ, ਜਿਨ੍ਹਾਂ ਦਾ ਪ੍ਰਭਾਵ ਉਹਨਾਂ ਦੇ ਜੀਵਨ 'ਤੇ ਪਿਆ ਅਤੇ ਉਹਨਾਂ ਨੇ ਘਰ ਤਿਆਗਣ ਦਾ ਫੈਸਲਾ ਕੀਤਾ। ਅਗਲਾ ਕੁਐਸਚਨ ਹੈ ਜੀ, ਕਿਸ ਉਮਰ ਵਿੱਚ ਮਹਾਤਮਾ ਬੁੱਧ ਨੇ ਘਰ ਤਿਆਗ ਕੀਤਾ? ਸਹੀ ਆਨਸਰ ਹੈ ਜੀ ਆਪਸ਼ਨ ਬੀ, 29-30 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਘਰ ਤਿਆਗ ਕੀਤਾ ਸੀ। ਔਰ ਇਸ ਘਟਨਾ ਨੂੰ ਜਿਹੜਾ ਹੈ ਕੀ ਕਿਹਾ ਜਾਂਦਾ ਹੈ? ਮਹਾਭਿਸ਼ਕਰਮਣ ਜੀ। ਕਈ ਵਾਰੀ ਕੁਐਸਚਨ ਆ ਜਾਂਦਾ ਕਿ ਮਹਾਤਮਾ ਬੁੱਧ ਦੇ ਵਿੱਚ ਜਿਹੜੇ ਘਰ ਤਿਆਗਣ ਦੀ ਘਟਨਾ ਉਸਨੂੰ ਕੀ ਕਿਹਾ ਜਾਂਦਾ, ਤਾਂ ਉਸਨੂੰ ਮਹਾਭਿਸ਼ਕਰਮਣ ਜਿਹੜਾ ਹੈ ਕਿਹਾ ਜਾਂਦਾ ਹੈ ਜੀ। ਔਰ
ਇੱਕ ਚੀਜ਼ ਹੋਰ ਇੱਥੇ ਧਿਆਨ ਰੱਖਣੀ ਹੈ ਕਿ ਜਿਹੜੇ ਮਹਾਤਮਾ ਬੁੱਧ ਸੀ ਉਹ ਰਾਤ ਨੂੰ ਆਪਣੇ ਪੁੱਤਰ ਪਤਨੀ ਅਤੇ ਮਹਿਲ ਨੂੰ ਛੱਡ ਕੇ ਜਿਹੜਾ ਹੈ ਆਪਣੇ ਘੋੜੇ ਕੰਥਕ 'ਤੇ ਸਵਾਰ ਹੋ ਕੇ ਚੁੱਪਚਾਪ ਨਿਕਲ ਗਏ ਸੀ। ਦੂਜੇ ਪਾਸੇ ਜਿਹੜੇ ਆਪਣੇ ਮਹਾਵੀਰ ਸਵਾਮੀ ਜੀ ਸੀ ਉਹਨਾਂ ਨੇ ਜਿਹੜਾ ਹੈ ਘਰ ਤਿਆਗਣ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਨਾਲ, ਜਿਵੇਂ ਆਪਣੇ ਵੱਡੇ ਭਰਾ ਨੰਦੀਵਰਧਨ ਵਗੈਰਾ ਦੇ ਨਾਲ, ਪਰਿਵਾਰ ਦੇ ਦੂਜੇ ਮੈਂਬਰਾਂ ਦੇ ਨਾਲ ਸਲਾਹ ਕਰਕੇ ਘਰ ਜਿਹੜਾ ਤਿਆਗਿਆ ਸੀ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 10, ਸੰਨਿਆਸ ਲੈਣ ਤੋਂ ਬਾਅਦ ਉਹ ਰਾਜਗੁਰੂ ਦੀ ਭਾਲ ਵਿੱਚ ਕਿੱਥੇ ਪੁੱਜੇ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਰਾਜ ਗ੍ਰਹਿ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 11, ਰਾਜਗ੍ਰਹਿ ਵਿਖੇ ਉਹਨਾਂ ਨੇ ਕਿਸ ਤੋਂ ਸਿੱਖਿਆ ਪ੍ਰਾਪਤ ਕੀਤੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਅਲਾਰ ਤੇ ਉਦਰਕ ਤੋਂ ਜੀ। ਨੈਕਸਟ ਕੁਐਸਚਨ ਹੈ ਜੀ, ਇਸ ਤੋਂ ਬਾਅਦ ਕਿਸ ਜੰਗਲ ਵੱਲ ਚਲੇ ਗਏ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਉਰਵਲਾ ਨਾਮੀ ਜੰਗਲ ਦੇ ਵੱਲ ਚਲੇ ਗਏ ਸੀ ਜੀ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਹੈ ਸ਼ਹਿਰ ਦੇ ਸਭ ਤੋਂ ਪ੍ਰਸਿੱਧ ਵਿਦਵਾਨਾਂ ਅਲਾਰ ਤੇ ਉਦਰਕ ਪਾਸੋਂ ਸਿੱਖਿਆ ਪ੍ਰਾਪਤ ਕੀਤੀ, ਪਰ ਇਸ ਦੇ ਨਾਲ ਉਹਨਾਂ ਨੂੰ ਮਨ ਦੀ ਸ਼ਾਂਤੀ ਨਾ ਮਿਲੀ ਔਰ ਇਸ ਤੋਂ ਬਾਅਦ ਉਹ ਗਿਆ ਦੇ ਨੇੜੇ ਜਿਹੜਾ ਹੈ ਉਰਵਲਾ ਨਾਮੀ ਜੰਗਲ ਪੁੱਜੇ ਸਨ ਜੀ ਔਰ ਆਪਣੇ 5 ਸਾਥੀਆਂ ਦੇ ਨਾਲ ਗਏ ਸੀ ਜੀ ਉੱਥੇ। ਨੈਕਸਟ ਹੈ ਜੀ ਕੁਐਸਚਨ ਨੰਬਰ 13, ਤਪੱਸਿਆ ਦਾ ਰਾਹ ਛੱਡ ਕੇ ਉਹਨਾਂ ਨੇ ਕਿਸ ਤੋਂ ਦੁੱਧ ਪੀਤਾ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਸੁਜਾਤਾ ਤੋਂ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 14, ਮਹਾਤਮਾ ਬੁੱਧ ਨੂੰ ਗਿਆਨ ਕਿਸ ਨਦੀ ਦੇ ਕੰਢੇ 'ਤੇ ਪ੍ਰਾਪਤ ਹੋਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਨਿਰੰਜਨਾ ਨਦੀ ਦੇ ਕੰਢੇ 'ਤੇ ਜੀ। ਸੋ ਘੋਰ ਤਪੱਸਿਆ ਦਾ ਰਾਹ ਛੱਡ ਕੇ ਉਹਨਾਂ ਨੇ ਜਦੋਂ ਸੁਜਾਤਾ ਨਾਮੀ ਕੰਨਿਆ ਪਾਸੋਂ ਦੁੱਧ ਪੀਤਾ ਤਾਂ ਉਹਦੇ ਜਿਹੜੇ ਸਾਥੀ ਸੀ ਇਹ ਸਮਝ ਕੇ ਕਿ ਜਿਹੜੇ ਗੌਤਮ ਜੀ ਨੇ ਤਪੱਸਿਆ ਤੋਂ ਘਬਰਾ ਗਏ ਨੇ, ਉਹਨਾਂ ਦਾ ਸਾਥ ਛੱਡ ਦਿੱਤਾ ਅਤੇ ਸਾਰਨਾਥ ਯਾਨੀ ਕਿ ਬਨਾਰਸ ਵੱਲ ਚਲੇ ਗਏ। ਘੋਰ ਤਪੱਸਿਆ ਦੇ ਕਾਰਨ ਗੌਤਮ ਇੰਨੇ ਕਮਜ਼ੋਰ ਹੋ ਗਏ ਸਨ ਕਿ ਚੱਲਣਾ ਫਿਰਨਾ ਵੀ ਮੁਸ਼ਕਲ ਸੀ, ਪਰ ਬਾਅਦ ਦੇ ਵਿੱਚ ਜਿਵੇਂ ਹੀ ਉਹਨਾਂ ਦੀ ਸਿਹਤ ਜਿਹੜੀ ਠੀਕ ਹੋਈ, ਉਹਨਾਂ ਨੇ ਗਿਆ ਵਿਖੇ ਨਿਰੰਜਨਾ ਨਦੀ ਦੇ ਕੰਢੇ ਉੱਤੇ ਪਿੱਪਲ ਦੇ ਇੱਕ ਬ੍ਰਿਛ ਹੇਠ ਜਿਹੜੀ ਹੈ ਸਮਾਧੀ ਲਾਈ ਅਤੇ ਵਿਚਾਰ ਵਿੱਚ ਡੁੱਬ ਗਏ ਜੀ। ਕਿਹਾ ਜਾਂਦਾ ਕਿ ਉਹ 7 ਦਿਨ ਅਤੇ 7 ਰਾਤਾਂ ਅਖੰਡ ਸਮਾਧੀ ਦੇ ਵਿੱਚ ਸਥਿਰ ਰਹੇ ਸੀ ਅਤੇ 8ਵੇਂ ਦਿਨ ਵਿਸਾਖ ਦੀ ਪੂਰਨਮਾਸੀ ਨੂੰ ਉਹਨਾਂ ਨੂੰ ਸੱਚੇ ਗਿਆਨ ਦੀ ਜਿਹੜੀ ਪ੍ਰਾਪਤੀ ਹੈ ਉਹ ਹੋਈ ਸੀ ਜੀ। ਔਰ 35 ਸਾਲ ਦੀ ਉਮਰ ਦੇ ਵਿੱਚ, ਜੇਕਰ ਪੁੱਛਿਆ ਜਾਏ ਕਿੰਨੀ ਉਮਰ ਦੇ ਵਿੱਚ, 35 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਜਿਹੜੀ ਪ੍ਰਾਪਤੀ ਹੋਈ ਸੀ ਜੀ ਗਿਆਨ ਦੀ। ਔਰ ਜਿਸ ਥੱਲੇ ਗਿਆਨ ਦੀ ਪ੍ਰਾਪਤੀ ਹੋਈ ਸੀ ਰੁੱਖ ਥੱਲੇ, ਪਿੱਪਲ ਦੇ ਰੁੱਖ ਥੱਲੇ, ਸੋ ਉਸ ਨੂੰ ਜਿਹੜਾ ਹੈ ਬੋਧੀ ਬ੍ਰਿਛ ਕਿਹਾ ਜਾਂਦਾ ਹੈ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 15, ਕਿਸ ਦਿਨ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤ ਹੋਈ? ਆਪਾਂ ਡਿਸਕਸ ਕਰ ਹੀ ਰਿਹਾ ਜੀ, ਆਪਸ਼ਨ ਡੀ ਸਹੀ ਆਨਸਰ ਹੈ ਜੀ, ਵਿਸਾਖ ਦੀ ਪੂਰਨਮਾਸੀ ਨੂੰ। ਅਗਲਾ ਕੁਐਸਚਨ ਹੈ ਜੀ, ਕਿੰਨੀ ਉਮਰ ਦੇ ਵਿੱਚ ਪ੍ਰਾਪਤੀ ਹੋਈ ਗਿਆਨ ਦੀ? ਆਪਸ਼ਨ ਡੀ ਹੈ ਜੀ, 35 ਸਾਲ ਦੀ ਉਮਰ ਦੇ ਵਿੱਚ। ਨੈਕਸਟ ਹੈ ਜੀ ਕੁਐਸਚਨ ਨੰਬਰ 17, ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਸਾਰਨਾਥ ਵਿਖੇ ਉਹਨਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਜੀ, ਨੇੜੇ ਬਨਾਰਸ ਮ੍ਰਿਗ ਬਾਗ ਦੇ ਵਿੱਚ ਜੀ। ਔਰ ਇਸ ਨੂੰ ਜਿਹੜਾ ਹੈ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ, ਪਹਿਲੇ ਉਪਦੇਸ਼ ਨੂੰ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 18, ਮਗਧ ਦੇ ਕਿਸ ਰਾਜੇ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਬਿੰਬਸਰ ਨੇ ਜੀ। ਸੋ ਬਿੰਬਸਰ ਨੇ ਜਿਹੜਾ ਹੈ ਬੁੱਧ ਧਰਮ ਗ੍ਰਹਿਣ ਕਰ ਲਿਆ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 19, ਮਹਾਤਮਾ ਬੁੱਧ ਨੇ ਕਪਿਲਵਸਤੂ ਪਹੁੰਚਣ 'ਤੇ ਉਹਨਾਂ ਦਾ ਵਿਰੋਧ ਕੀਤਾ ਗਿਆ ਜਾਂ ਪਤਨੀ ਯਸ਼ੋਧਰਾ ਨੇ ਵਿਰੋਧ ਕੀਤਾ, ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ ਜਾਂ ਕੋਈ ਨਹੀਂ? ਸਹੀ ਆਨਸਰ ਆਪਸ਼ਨ ਸੀ ਹੈ ਜੀ, ਉਹਨਾਂ ਦਾ ਹਾਰਦਿਕ ਸਵਾਗਤ ਜਿਹੜਾ ਕੀਤਾ ਗਿਆ ਜਦੋਂ ਵਾਪਸ ਉਹ ਕਪਿਲਵਸਤੂ ਪਹੁੰਚੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 20, ਕਿਸ ਵੇਸ਼ਵਾ ਨੇ ਭਿਕਸ਼ੂਆਂ ਦੇ ਨਿਵਾਸ ਲਈ ਅੰਬ ਬਣ ਭੇਟ ਕੀਤਾ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਅੰਬਾ ਪਾਲੀ ਨਾਂ ਦੀ ਵੇਸ਼ਵਾ ਨੇ ਜਿਹੜਾ ਹੈ ਭਿਕਸ਼ੂਆਂ ਦੇ ਨਿਵਾਸ ਦੇ ਲਈ ਜਿਹੜਾ ਹੈ ਅੰਬ ਬਣ ਭੇਟ ਕੀਤਾ ਸੀ ਜੀ। ਭਿਕਸ਼ੂ ਕਿਹਾ ਜਾਂਦਾ ਸੀ ਜਿਹੜੇ ਬੁੱਧ ਧਰਮ ਦਾ ਪ੍ਰਚਾਰ ਕਰਦੇ ਸੀ, ਜਿਹੜੇ ਬਨਾਰਸ 'ਚ ਉਹਨਾਂ ਦੇ 60 ਚੇਲੇ ਬਣੇ ਸੀ ਸ਼ੁਰੂ ਦੇ ਵਿੱਚ। ਨੈਕਸਟ ਹੈ ਜੀ ਕੁਐਸਚਨ ਨੰਬਰ 21, ਕਿਸ ਭਾਸ਼ਾ ਦਾ ਪ੍ਰਯੋਗ ਬੁੱਧ ਧਰਮ ਦੇ ਪ੍ਰਚਾਰ ਲਈ ਕੀਤਾ ਗਿਆ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਪਾਲੀ ਭਾਸ਼ਾ ਦਾ ਜੀ। ਅਗਲਾ ਕੁਐਸਚਨ ਹੈ ਜੀ, ਬੁੱਧ ਧਰਮ ਗ੍ਰਹਿਣ ਕਰਨ ਵਾਲੀ ਪਹਿਲੀ ਔਰਤ ਸੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਮਹਾਪਰਜੀਪਤੀ ਗੌਤਮੀ ਜੀ, ਜੋ ਕਿ ਮਤਰੇਈ ਮਾਂ ਸੀ ਮਹਾਤਮਾ ਬੁੱਧ ਜੀ ਦੀ। ਨੈਕਸਟ ਹੈ ਜੀ ਕੁਐਸਚਨ ਨੰਬਰ 23, ਗੌਤਮ ਬੁੱਧ ਦਾ ਵਿਰੋਧ ਕਿਸ ਵੱਲੋਂ ਕੀਤਾ ਗਿਆ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਏ ਤੇ ਬੀ ਦੋਨਾਂ ਵੱਲੋਂ। ਸੋ ਬ੍ਰਾਹਮਣਾਂ ਵੱਲੋਂ ਵੀ ਔਰ ਉਸਦੇ ਭਰਾ ਦੇਵਦੱਤ ਦੇ ਵੱਲੋਂ ਵੀ ਗੌਤਮ ਬੁੱਧ ਦਾ ਵਿਰੋਧ ਕੀਤਾ ਗਿਆ। ਕੁਐਸਚਨ ਨੰਬਰ 24, ਮਹਾਤਮਾ ਬੁੱਧ ਨੇ ਅੰਤਿਮ ਉਪਦੇਸ਼ ਕਿੱਥੇ ਦਿੱਤਾ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਵਿਸ਼ਾਲੀ ਵਿਖੇ ਜੀ। ਵਿਸ਼ਾਲੀ ਵਿਖੇ ਜਿਹੜਾ ਆਪਣਾ ਅੰਤਿਮ ਉਪਦੇਸ਼ ਦਿੱਤਾ ਸੀ ਜੀ।
ਅਗਲਾ ਕੁਐਸਚਨ ਹੈ ਜੀ ਮਹਾਤਮਾ ਬੁੱਧ ਦਾ ਦੇਹਾਂਤ ਕਦੋਂ ਹੋਇਆ? ਸਹੀ ਆਨਸਰ ਹੈ ਜੀ ਆਪਸ਼ਨ ਏ 483 ਈਸਾ ਪੂਰਵ ਦੇ ਵਿੱਚ ਹੋਇਆ ਸੀ ਜੀ, ਕੁਸ਼ੀਨਗਰ ਗੋਰਖਪੁਰ ਜ਼ਿਲ੍ਹੇ ਦੇ ਵਿੱਚ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 26 ਮਹਾਤਮਾ ਬੁੱਧ ਦੇ ਦੇਹਾਂਤ ਨੂੰ ਕੀ ਕਿਹਾ ਜਾਂਦਾ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ ਮਹਾਪਰਿਨਿਰਵਾਣ ਜੀ, ਔਰ ਇਹ ਹੋਇਆ ਸੀ ਵਿਸਾਖ ਪੂਰਨਿਮਾ ਨੂੰ ਜੀ। ਸੋ ਉਹਨਾਂ ਦੀ ਜਿਹੜੀ ਉਮਰ ਸੀ ਉਹ 80 ਸਾਲਾਂ ਦੀ ਸੀ ਜੀ ਲਗਭਗ ਉਸ ਸਮੇਂ। ਔਰ ਇੱਕ ਚੀਜ਼ ਧਿਆਨ ਰੱਖਣੀ ਤੇ ਉਹਨਾਂ ਦਾ ਜਿਹੜਾ ਜਨਮ ਹੈ ਉਹ ਵੀ ਵਿਸਾਖ ਦੀ ਪੂਰਨਮਾਸੀ ਨੂੰ ਹੋਇਆ ਸੀ ਜੀ, ਔਰ ਉਹਨਾਂ ਦਾ ਜਿਹੜਾ ਦੇਹਾਂਤ ਹੈ ਉਹ ਵੀ ਇਸੇ ਪੂਰਨਮਾਸੀ ਦੇ ਦਿਨ ਹੀ ਹੋਇਆ ਸੀ ਜੀ, ਵਿਸਾਖ ਦੀ ਪੂਰਨਮਾਸੀ ਨੂੰ ਹੀ ਜੋਤੀ ਜੋਤ ਸਮਾਏ ਸੀ ਜੀ। ਅਗਲਾ ਕੁਐਸਚਨ ਹੈ ਜੀ 27 ਨੰਬਰ ਬੁੱਧ ਧਰਮ ਵਿੱਚ ਮਹਾਤਮਾ ਬੁੱਧ ਨੇ ਕਿੰਨੀਆਂ ਮੂਲ ਸੱਚਾਈਆਂ ਦਾ ਜਿਹੜਾ ਹੈ ਜ਼ਿਕਰ ਕੀਤਾ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ 4 ਮੂਲ ਸੱਚਾਈਆਂ ਦਾ ਜਿਹੜਾ ਜ਼ਿਕਰ ਕੀਤਾ ਹੈ ਜੀ। ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਇਛਾਵਾਂ ਨੇ, ਲਾਲਸਾ ਦੇ ਦਮਨ ਨਾਲ ਦੁੱਖ ਜਿਹੜੇ ਲਾਲਚ ਦੇ ਦਮਨ ਦੇ ਨਾਲ ਦੁੱਖ ਦੂਰ ਕੀਤੇ ਜਾ ਸਕਦੇ ਨੇ, ਔਰ ਲਾਲਸਾ ਦਾ ਦਮਨ ਦਾ ਜਿਹੜਾ ਉਹ ਕਿਵੇਂ ਹੋਏਗਾ? ਅਸ਼ਟ ਮਾਰਗ ਦੁਆਰਾ ਜੀ। ਸੋ ਅਸ਼ਟ ਮਾਰਗ ਦਾ ਕਈ ਵਾਰੀ ਆ ਜਾਂਦਾ ਕਿ ਅਸ਼ਟ ਮਾਰਗ ਕਿਸ ਵੱਲੋਂ ਸੁਝਾਇਆ ਗਿਆ ਤਾਂ ਜਾਂ ਦਿੱਤਾ ਗਿਆ ਜਾਂ ਕਿਸ ਧਰਮ ਨਾਲ ਸੰਬੰਧਿਤ ਹੈ। ਅਸ਼ਟ ਮਾਰਗ ਜਿਹੜਾ ਸੰਬੰਧਿਤ ਹੈ ਉਹ ਵੀ ਬੁੱਧ ਧਰਮ ਦੇ ਨਾਲ ਹੈ ਜੀ। ਅਗਲਾ ਕੁਐਸਚਨ ਹੈ ਜੀ ਬੁੱਧ ਧਰਮ ਅਨੁਸਾਰ ਨਿਰਵਾਣ ਦੀ ਪ੍ਰਾਪਤੀ ਹੁੰਦੀ ਹੈ? ਸਹੀ ਆਨਸਰ ਹੈ ਜੀ ਆਪਸ਼ਨ ਡੀ ਅਸ਼ਟ ਮਾਰਗ 'ਤੇ ਚੱਲ ਕੇ ਜੀ। ਅਸ਼ਟ ਮਾਰਗ ਕੀ ਹੈ? ਸੱਚਾ ਵਿਸ਼ਵਾਸ, ਸੱਚਾ ਸੰਕਲਪ, ਸੱਚਾ ਵਿਚਾਰ, ਸੱਚਾ ਵਚਨ, ਸੱਚਾ ਰਹਿਣ ਸਹਿਣ, ਸੱਚਾ ਯਤਨ, ਸੱਚੀ ਸਿਮਰਤੀ ਅਤੇ ਸੱਚੀ ਸਮਾਧੀ। ਸੱਚਾ ਵਿਸ਼ਵਾਸ ਮਤਲਬ ਮਨੁੱਖ ਦਾ ਸੱਚਾ ਵਿਸ਼ਵਾਸ ਹੋਣਾ ਚਾਹੀਦਾ। ਲਾਲਸਾ ਦਾ ਦਮਨ ਕਰਨ ਨਾਲ ਹੀ ਮਨੁੱਖ ਦੇ ਜਿਹੜੇ ਲਾਲਚ ਨੇ ਉਹ ਦੂਰ ਹੋ ਸਕਦੇ ਨੇ, ਔਰ ਉਸ ਨੂੰ ਸੱਚੇ ਮਾਰਗ ਤੋਂ ਭਟਕਣਾ ਨਹੀਂ ਚਾਹੀਦਾ। ਸੱਚੇ ਵਿਚਾਰ ਹੋਣੇ ਚਾਹੀਦੇ ਨੇ, ਇਸ ਚੀਜ਼ ਨੂੰ ਆਪਾਂ ਸਮਝਦੇ ਹੀ ਹਾਂ, ਸ਼ੁੱਧ ਵਿਚਾਰ। ਸੱਚਾ ਵਚਨ, ਵਚਨ ਯਾਨੀ ਕਿ ਪਵਿੱਤਰ ਹੋਣੇ ਚਾਹੀਦੇ ਨੇ, ਸੱਚ ਬੋਲਣਾ ਚਾਹੀਦਾ, ਦੂਸਰਿਆਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੱਚਾ ਕਰਮ, ਕਰਮ ਅੱਛਾ ਹੋਣਾ ਚਾਹੀਦਾ ਹੈ, ਚੰਗਾ ਹੋਣਾ ਚਾਹੀਦਾ। ਰਹਿਣ ਸਹਿਣ ਸੱਚਾ ਸੁੱਚਾ ਹੋਣਾ ਚਾਹੀਦਾ। ਯਤਨ ਦੂਜਿਆਂ ਦੀ ਭਲਾਈ ਲਈ ਜਿਹੜੇ ਕਰਨੇ ਨੇ ਉਹ ਸੱਚੇ ਹੋਣੇ ਚਾਹੀਦੇ ਨੇ, ਕੋਸ਼ਿਸ਼। ਸੱਚੀ ਸਮ੍ਰਿਤੀ, ਮਨੁੱਖ ਦੇ ਮਨ ਵਿੱਚ ਸ਼ੁੱਧ ਵਿਚਾਰ ਸਮਾ ਜਾਣੇ ਚਾਹੀਦੇ ਨੇ ਅਤੇ ਉਹਨਾਂ ਨੂੰ ਬੁਰੀਆਂ ਗੱਲਾਂ ਭੁੱਲ ਕੇ ਕੇਵਲ ਸੱਚੀਆਂ ਗੱਲਾਂ ਦਾ ਹੀ ਚਿੰਤਨ ਜਿਹੜਾ ਕਰਨਾ ਚਾਹੀਦਾ। ਔਰ ਸੱਚੀ ਸਮਾਧੀ, ਮਨੁੱਖ ਨੂੰ ਸੰਸਾਰਕ ਮੋਹ ਮਾਇਆ ਤੋਂ ਦੂਰ ਹੋ ਕੇ ਸੱਚੀ ਸਮਾਧੀ ਵਿੱਚ ਆਪਣੇ ਮਨ ਨੂੰ ਲਾਉਣਾ ਚਾਹੀਦਾ। ਸੋ ਇਹ ਜਿਹੜੇ 8 ਸਿਧਾਂਤ ਨੇ ਇਹਨਾਂ ਨੂੰ ਹੀ ਅਸ਼ਟ ਮਾਰਗ ਕਿਹਾ ਜਾਂਦਾ, ਔਰ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੂੰ ਮੱਧ ਮਾਰਗ ਵੀ ਕਿਹਾ ਜਾਂਦਾ ਜੀ। ਜੇਕਰ ਕੁਐਸਚਨ ਆ ਜਾਏ ਕਿ ਮੱਧ ਮਾਰਗ ਕਿਸ ਵੱਲੋਂ ਸੁਝਾਇਆ ਗਿਆ ਤਾਂ ਇਹ ਵੀ ਮਹਾਤਮਾ ਬੁੱਧ ਜੀ ਵੱਲੋਂ ਸੁਝਾਇਆ ਗਿਆ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 29 ਕਿਹੜਾ ਕਥਨ ਗਲਤ ਹੈ? ਬੁੱਧ ਧਰਮ ਅਨੁਸਾਰ ਮਨੁੱਖਾਂ ਅਤੇ ਪਸ਼ੂਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਬੁੱਧ ਧਰਮ ਕਰਮ ਵਿੱਚ ਵਿਸ਼ਵਾਸ ਰੱਖਦਾ ਹੈ। ਬੁੱਧ ਧਰਮ ਨੈਤਿਕਤਾ ਤੇ ਵਿਸ਼ਵਾਸ ਜ਼ੋਰ ਦਿੰਦਾ ਹੈ। ਡੀ ਹੈ ਜੀ ਬੁੱਧ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਬਿਰਛਾਂ, ਪੌਦਿਆਂ ਅਤੇ ਪੱਥਰਾਂ ਵਿੱਚ ਵੀ ਜਾਨ ਹੈ। ਸਹੀ ਆਨਸਰ ਆਪਸ਼ਨ ਡੀ ਹੈ ਜੀ। ਡੀ ਗਲਤ ਹੈ, ਬਾਕੀ ਸਾਰੇ ਜਿਹੜੇ ਨੇ ਸਹੀ ਨੇ ਜੀ। ਇੱਥੇ ਇਹ ਮਹਾਤਮਾ ਜਿਹੜੇ ਮਹਾਵੀਰ ਜੀ ਨੇ ਉਹਨਾਂ ਤੋਂ ਉਲਟ ਨੇ ਜੀ। ਸੋ ਮਹਾਵੀਰ ਜੀ ਦੇ ਅਨੁਸਾਰ ਜਿਹੜਾ ਸੀ ਬਿਰਛਾਂ, ਪੌਦਿਆਂ ਅਤੇ ਪੱਥਰਾਂ ਦੇ ਵਿੱਚ ਵੀ ਜਾਣਾ ਹੈ। ਸੋ ਇੱਥੇ ਹੀ ਫਰਕ ਹੈ ਬੁੱਧ ਧਰਮ ਅਤੇ ਜੈਨ ਧਰਮ ਦੇ ਵਿੱਚ ਜੀ। ਇਸ ਚੀਜ਼ ਦਾ ਜਿਹੜਾ ਹੈ ਧਿਆਨ ਰੱਖਣਾ, ਕਈ ਵਾਰੀ ਕੁਐਸਚਨ ਆ ਜਾਂਦਾ ਹੈ ਇਸ ਚੀਜ਼ ਦੇ ਨਾਲ ਰਿਲੇਟਡ। ਨੈਕਸਟ ਹੈ ਜੀ ਕੁਐਸਚਨ ਨੰਬਰ 30 ਮਹਾਤਮਾ ਬੁੱਧ ਦੇ ਅਨੁਯਾਈ ਮੁੱਖ ਰੂਪ ਵਿੱਚ ਕਿੰਨੀ ਕਿਸਮ ਦੇ ਸਨ? ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ 2 ਕਿਸਮ ਦੇ ਸੀ ਜੀ, ਭਿਕਸ਼ੂ ਅਤੇ ਉਪਾਸਕ ਜੀ। ਸੋ ਇੱਥੇ ਵੀ ਸਮਝ ਲੈਣਾ ਜੀ ਥੋੜ੍ਹਾ ਜਿਹਾ, ਭਿਕਸ਼ੂ ਅਤੇ ਉਪਾਸਕ ਕਿਹੜੇ ਸਨ? ਕੁਐਸਚਨ ਇਸ 'ਤੇ ਵੀ ਅੱਗੇ ਆ ਸਕਦਾ। ਉਪਾਸਕ ਕਿਹੜੇ ਹੁੰਦੇ ਸਨ? ਗ੍ਰਹਿਸਥੀ ਜੀਵਨ ਦੀ ਮਰਿਆਦਾ ਦਾ ਪਾਲਣ ਕਰਨ ਵਾਲੇ ਜਿਹੜੇ ਚੇਲੇ ਨੇ ਉਪਾਸਕ ਕਹਾਉਂਦੇ ਸਨ, ਜਦ ਕਿ ਘਰ ਛੱਡ ਕੇ ਸੰਨਿਆਸ ਧਾਰਨ ਕਰਨ ਵਾਲੇ ਜਿਹੜੇ ਬੁੱਧ ਦੇ ਚੇਲਿਆਂ ਨੂੰ ਭਿਕਸ਼ੂ ਕਿਹਾ ਜਾਂਦਾ ਸੀ ਜੀ। ਸਮਝ ਲੱਗ ਗਿਆ ਹੋਣਾ ਜੀ। ਭਿਕਸ਼ੂ ਜੋ ਮਤਲਬ ਘਰ-ਬਾਰ ਤਿਆਗ ਕੇ ਬਿਲਕੁਲ ਜਿਹੜਾ ਹੈ ਉਹਦੇ ਵਿੱਚ ਸ਼ਾਮਲ ਹੋ ਗਏ ਬੋਧੀ ਸੰਘ ਦੇ ਵਿੱਚ, ਸੰਗਠਨ ਦੇ ਵਿੱਚ, ਔਰ ਉਪਾਸਕ ਜਿਹੜੇ ਆਪਣਾ ਗ੍ਰਹਿਸਥੀ ਜੀਵਨ ਨੂੰ ਬਤੀਤ ਕਰਦੇ ਸੀ ਅਤੇ ਧਰਮ ਨੂੰ ਵੀ ਮੰਨਦੇ ਸੀ। ਕੁਐਸਚਨ ਨੰਬਰ 31 ਜੀ ਬੋਧੀ ਸੰਘ ਦੇ ਨਿਯਮ ਵਿੱਚ ਸ਼ਾਮਲ ਨਹੀਂ ਸੀ। ਆਪਸ਼ਨ ਏ ਜੀ ਉਹ ਇਸ ਸੰਬੰਧ ਵਿੱਚ ਮਾਤਾ ਪਿਤਾ ਦੀ ਆਗਿਆ ਪ੍ਰਾਪਤ ਕਰੇ। ਬੀ ਹੈ ਉਸ ਦੀ ਉਮਰ 18 ਸਾਲ ਤੋਂ ਘੱਟ ਨਾ ਹੋਵੇ, ਉਸ ਨੂੰ ਕੋੜ ਤਪਤਿਕ ਅਤੇ ਹੋਰ ਕੋਈ ਛੂਤ ਦਾ ਰੋਗ ਨਾ ਹੋਵੇ। ਡੀ ਹੈ ਜੀ ਸਭ ਲੋਕਾਂ ਨੂੰ ਬਿਨਾਂ ਜਾਤੀ ਭੇਦਭਾਵ ਦੇ ਸੰਘ ਵਿੱਚ ਦਾਖਲ ਹੋਣ ਦੀ ਆਗਿਆ ਸੀ। ਸਹੀ ਆਨਸਰ ਹੈ ਜੀ ਆਪਸ਼ਨ ਬੀ। ਸੋ ਉਸ ਦੀ ਉਮਰ 15 ਸਾਲ ਤੋਂ ਘੱਟ ਨਾ ਹੋਵੇ, ਬਾਕੀ ਸਾਰਾ ਕੁਝ ਸਹੀ ਹੈ ਜੀ। ਇੱਥੇ ਲਿਖਿਆ 18 ਸਾਲ ਤੋਂ ਘੱਟ ਨਾ ਹੋਵੇ। ਨਿਯਮ ਸੀ ਜੀ ਕੁਝ ਸੰਘ ਦਾ ਮੈਂਬਰ ਬਣਨ ਲਈ, ਜਿਹਦੇ ਵਿੱਚ ਇਹ ਸੀ ਕਿ ਜਿਸ ਨੇ ਸੰਘ ਦੇ ਵਿੱਚ ਸ਼ਾਮਲ ਹੋਣਾ ਉਹਦੀ ਉਮਰ 15 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਦੂਸਰਾ
ਮਾਤਾ ਪਿਤਾ ਦੀ ਆਗਿਆ ਲੈ ਕੇ ਸੰਘ ਦੇ ਵਿੱਚ ਬੰਦਾ ਸ਼ਾਮਲ ਹੋ ਸਕਦਾ ਸੀ। ਔਰ ਤੀਸਰਾ, ਉਸਨੂੰ ਕੋਈ ਕੋੜ ਤਪਦਿਕ ਤੇ ਬਿਮਾਰੀ ਨਹੀਂ ਸੀ ਹੋਣੀ ਚਾਹੀਦੀ, ਉਹ ਬੰਦਾ ਸ਼ਾਮਲ ਹੋ ਸਕਦਾ ਸੀ। ਔਰ ਬਿਨਾਂ ਜਾਤੀ ਭੇਦਭਾਵ ਦੇ ਸੰਘ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਜੀ। ਪਰ ਇਹਦੇ ਨਾਲ ਹੀ ਇਹ ਖਿਆਲ ਰੱਖਣਾ ਕਿ ਦਾਸਾਂ ਅਤੇ ਅਪਰਾਧੀਆਂ ਨੂੰ ਆਮ ਤੌਰ 'ਤੇ ਇਸ ਦੇ ਵਿੱਚ ਥਾਂ ਜਿਹੜੀ ਹੈ ਨਹੀਂ ਸੀ ਦਿੱਤੀ ਜਾਂਦੀ। ਜਿਹੜੇ ਗੁਲਾਮ ਸੀ ਜਾਂ ਅਪਰਾਧੀ ਸੀ ਉਹਨਾਂ ਨੂੰ ਥਾਂ ਨਹੀਂ ਸੀ ਦਿੱਤੀ ਜਾਂਦੀ। ਕੁਐਸਚਨ ਨੰਬਰ ਅੱਗੇ 32 ਹੈ ਜੀ। ਮਹਾਤਮਾ ਬੁੱਧ ਦੇ ਕਿਸ ਚੇਲੇ ਦੇ ਕਹਿਣ 'ਤੇ ਇਸਤਰੀਆਂ ਨੂੰ ਸੰਘ ਵਿੱਚ ਪ੍ਰਵੇਸ਼ ਮਿਲਿਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਆਨੰਦ ਦੇ ਕਹਿਣ 'ਤੇ ਜੀ। ਪਹਿਲਾਂ ਜਿਹੜਾ ਹੈ ਮਹਾਤਮਾ ਬੁੱਧ ਜੀ ਨੇ ਇਸਤਰੀਆਂ ਨੂੰ ਸੰਘ ਵਿੱਚ ਸ਼ਾਮਲ ਹੋਣ ਦੀ ਆਗਿਆ ਨਾ ਦਿੱਤੀ, ਪਰ ਬਾਅਦ ਦੇ ਵਿੱਚ ਪ੍ਰਮੁੱਖ ਚੇਲਾ ਸੀ ਜੀ ਉਹਨਾਂ ਦਾ ਆਨੰਦ, ਉਹਦੇ ਜ਼ੋਰ ਦੇਣ 'ਤੇ ਜਿਹੜਾ ਹੈ ਸੰਘ ਵਿੱਚ ਸ਼ਾਮਲ ਕੀਤਾ ਔਰ ਇਸਤਰੀ ਮੈਂਬਰਾਂ ਨੂੰ ਭਿਕਸ਼ਨੀ ਜਿਹੜਾ ਹੈ ਕਿਹਾ ਜਾਂਦਾ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 33। ਬੁੱਧ ਧਰਮ ਦੀਆਂ ਕਿਹੜੀਆਂ ਦੋ ਸ਼ਾਖਾਵਾਂ ਦੇ ਵਿੱਚ ਵੰਡ ਹੋਈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਹੀਨਯਾਨ ਅਤੇ ਮਹਾਯਾਨ ਜੀ। ਸੋ ਦੋ ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ ਸੀ ਵੀ। ਦਿਗੰਬਰ ਅਤੇ ਸਵਤੰਬਰ ਆਪਾਂ ਪੜ੍ਹਿਆ, ਇਹ ਜਿਹੜਾ ਹੈ ਜੈਨ ਧਰਮ ਦੀਆਂ ਦੋ ਸਿੱਖਾਵਾਂ ਸੀ ਜੀ। ਸੋ ਹੀਨਯਾਨ ਅਤੇ ਮਹਾਯਾਨ ਜਿਹੜੀਆਂ ਹੈ ਬੁੱਧ ਧਰਮ ਦੀਆਂ ਦੋ ਸਿੱਖਾਵਾਂ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 34। ਪਹਿਲੀ ਬੌਧ ਮਹਾਸਭਾ ਕਿੱਥੇ ਹੋਈ? ਸਹੀ ਆਨਸਰ ਹੈ ਜੀ ਆਪਸ਼ਨ ਏ, ਰਾਜਗ੍ਰਹਿ ਵਿਖੇ ਹੋਈ ਸੀ ਜੀ। ਮਗਧ ਦੀ ਰਾਜਧਾਨੀ ਸੀ ਰਾਜਗ੍ਰਹਿ, ਉੱਥੇ ਹੋਈ ਸੀ 483 BC ਦੇ ਵਿੱਚ। ਔਰ ਇਸ ਦਾ ਜਿਹੜਾ ਅਧਿਅਕਸ਼ ਸੀ ਮਹਾਕਸ਼ਯਪ ਸੀ ਜੀ। ਔਰ ਉਸ ਸਮੇਂ ਜਿਹੜਾ ਸ਼ਾਸਕ ਸੀ ਉਹ ਆਜ਼ਾਦ ਸ਼ਤਰੂ ਸੀ ਜੀ। ਔਰ ਇਸ ਦੇ ਵਿੱਚ ਲਗਭਗ ਜਿਹੜੇ 500 ਭਿਕਸ਼ੂਆਂ ਨੇ ਹਿੱਸਾ ਲਿਆ ਸੀ ਜੀ। ਇੰਪੋਰਟੈਂਟ ਨੇ, 4 ਸੰਮਤੀਆਂ ਨੇ ਜੀ ਮਹੱਤਵਪੂਰਨ। ਨੈਕਸਟ ਹੈ ਜੀ ਕੁਐਸਚਨ ਨੰਬਰ 35। ਦੂਸਰੀ ਬੋਧੀ ਸਭਾ ਕਦੋਂ ਹੋਈ? ਸਹੀ ਆਨਸਰ ਹੈ ਜੀ ਆਪਸ਼ਨ ਬੀ, 383 ਈਸਾ ਪੂਰਵ ਦੇ ਵਿੱਚ ਹੋਈ ਸੀ ਜੀ। ਹੋਈ ਕਿੱਥੇ ਸੀ? ਵਿਸ਼ਾਲੀ ਦੇ ਵਿੱਚ ਹੋਈ ਸੀ। ਅਧਿਅਕਸ਼ ਕੌਣ ਸੀ ਉਸ ਸਭਾ ਦਾ? ਤਾਂ ਸਾਬਤ ਕਸੀਰ ਸੀ ਜੀ। ਸ਼ਾਸਕ ਉਸ ਸਮੇਂ ਕਾਲਾ ਸ਼ੇਖ ਸੀ ਜੀ। ਔਰ ਇਸ ਦੇ ਵਿੱਚ ਜਿਹੜਾ 700 ਭਿਕਸ਼ੂਆਂ ਨੇ ਜਿਹੜਾ ਹਿੱਸਾ ਲਿਆ ਸੀ ਜੀ। ਅਗਲਾ ਕੁਐਸਚਨ ਹੈ ਜੀ, ਤੀਸਰੀ ਬੋਧੀ ਸਭਾ ਦਾ ਅਧਿਅਕਸ਼ ਕੌਣ ਸੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਮੋਗਲੀ ਧੁੱਤ ਸੀ ਜੀ ਤੀਸਰੀ ਬੋਧੀ ਸਭਾ ਦਾ ਅਧਿਅਕਸ਼। ਔਰ ਹੋਈ ਸੀ ਇਹ 550-51 ਈਸਾ ਪੂਰਵ ਦੇ ਵਿੱਚ। ਉਸ ਸਮੇਂ ਸ਼ਾਸਕ ਅਸ਼ੋਕ ਸੀ ਜੀ। ਕੁਐਸਚਨ ਇਹ ਵੀ ਆ ਸਕਦਾ ਕਿ ਅਸ਼ੋਕ ਦੇ ਸਮੇਂ ਕਿਹੜੀ ਬੋਧੀ ਸਭਾ ਹੋਈ? ਪਹਿਲੀ, ਦੂਸਰੀ, ਤੀਸਰੀ? ਤਾਂ ਤੀਸਰੀ ਹੋਈ ਸੀ ਜੀ। ਔਰ ਇਸ ਦੇ ਵਿੱਚ ਜਿਹੜਾ ਹੈ 1000 ਜਿਹੜਾ ਹੈ ਪ੍ਰਧਾਨ ਲੋਕਾਂ ਨੇ ਹਿੱਸਾ ਲਿਆ ਸੀ ਜੀ। ਨੈਕਸਟ ਹੈ ਜੀ, ਇੱਕ ਚੀਜ਼ ਹੋਰ ਧਿਆਨ ਰੱਖਣੀ ਕਿ 9 ਮਹੀਨੇ ਤੱਕ ਜਿਹੜਾ ਹੈ ਚੱਲੀ ਸੀ ਜੀ ਤੀਸਰੀ ਬੋਧੀ ਸਭਾ ਜੀ। ਸੋ ਇਹਨਾਂ ਦੀ ਡਿਟੇਲ ਵੀਡੀਓ ਇੱਕ ਅਪਲੋਡ ਹੈ ਜੀ, ਉਹ ਦੇਖ ਲਓਗੇ ਤਾਂ ਸਾਰਾ ਕੁਝ ਕੀ ਹੋਇਆ ਸੀ ਇਹਨਾਂ ਸਭਾਵਾਂ ਦੇ ਵਿੱਚ ਉਹ ਵੀ ਪਤਾ ਲੱਗ ਜਾਊਗਾ। ਨੈਕਸਟ ਕੁਐਸਚਨ ਹੈ ਜੀ, ਚੌਥੀ ਬੋਧੀ ਮਹਾਸਭਾ ਸਮੇਂ ਸ਼ਾਸਕ ਕੌਣ ਸੀ? ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਕਨਿਸ਼ਕ ਸੀ ਜੀ ਉਸ ਸਮੇਂ ਸ਼ਾਸਕ। ਔਰ 72 AD ਵਿੱਚ ਹੋਈ ਸੀ ਕਸ਼ਮੀਰ ਦੇ ਵਿੱਚ। ਔਰ ਇਸ ਦੀ ਅਧਿਅਕਸ਼ਤਾ ਕੀਤੀ ਸੀ ਵਾਸੂਮਿਤਰ ਨੇ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 38। ਬੋਧੀ ਗ੍ਰੰਥ ਤ੍ਰਿਪਿਟਕ ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਗਈ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਪਾਲੀ ਭਾਸ਼ਾ ਦੇ ਵਿੱਚ ਜੀ। ਸੋ ਤ੍ਰਿਪਿਟਕ ਦੇ ਵਿੱਚ 3 ਗ੍ਰੰਥ ਨੇ ਜੀ, ਸੁੱਤ ਪਿਟਕ, ਵਿਨੇ ਪਿਟਕ ਅਤੇ ਅਭਿਤਮ ਪਿਟਕ ਜੀ। ਸੋ ਤਿੰਨਾਂ ਨੂੰ ਜਿਹੜਾ ਹੈ ਤ੍ਰਿਪਿਟਕ ਕਿਹਾ ਜਾਂਦਾ ਹੈ ਜੀ। ਅਗਲਾ ਕੁਐਸਚਨ ਹੈ ਜੀ, ਕਿਸ ਨੂੰ ਉੱਤਰੀ ਬੁੱਧ ਧਰਮ ਕਿਹਾ ਜਾਂਦਾ ਹੈ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਮਹਾਯਾਨ ਨੂੰ ਜਿਹੜਾ ਹੈ ਉੱਤਰੀ ਬੁੱਧ ਧਰਮ ਕਿਹਾ ਜਾਂਦਾ ਹੈ। ਔਰ ਇਸ ਦਾ ਫੈਲਾਵ ਜਿਹੜਾ ਹੈ ਚੀਨ, ਜਾਪਾਨ ਅਤੇ ਤਿੱਬਤ ਦੇ ਵਿੱਚ ਹੋਇਆ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 40। ਹੇਠ ਲਿਖੇ ਵਿੱਚੋਂ ਕਿਹੜਾ ਪੁਨਰ ਜਨਮ ਮੰਨਦਾ ਹੈ ਪਰ ਆਤਮਾ ਦੀ ਹੋਂਦ ਨਹੀਂ ਮੰਨਦਾ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਬੌਧ ਦਰਸ਼ਨ ਜੀ। ਬੌਧ ਦਰਸ਼ਨ ਜਿਹੜਾ ਹੈ ਪੁਨਰ ਜਨਮ ਮੰਨਦਾ ਪਰ ਆਤਮਾ ਦੀ ਹੋਂਦ ਨੂੰ ਨਹੀਂ ਮੰਨਦਾ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 41। ਬੌਧ ਸੰਘ ਦੇ ਆਚਰਣ ਦੇ ਨਿਯਮਾਂ ਦਾ ਵਿਧਾਨ ਮਿਲਦਾ ਹੈ। ਸੋ ਬੌਧ ਸੰਘ ਦੇ ਵਿੱਚ ਸ਼ਾਮਲ ਹੋਣ ਲਈ ਕਰੈਕਟਰ ਦੇ ਕੀ ਨਿਯਮ ਹੋਣੇ ਚਾਹੀਦੇ ਨੇ? ਉਸ ਦਾ ਜਿਹੜਾ ਵਿਧਾਨ ਮਿਲਦਾ ਹੈ ਆਪਸ਼ਨ ਏ ਹੈ ਜੀ, ਵਿਨੇ ਪਿਟਕ ਦੇ ਵਿੱਚ ਜੀ। ਨੈਕਸਟ ਹੈ ਜੀ, ਵਿਨੇ ਪਿਟਕ ਦੇ ਵਿੱਚ ਜਿਹੜਾ ਹੈ ਭਿਕਸ਼ੂਆਂ ਅਤੇ ਭਿਕਸ਼ੁਣੀਆਂ ਦੇ ਆਚਰਣ ਦੇ ਨਿਯਮ ਨੇ। ਨੈਕਸਟ ਹੈ ਜੀ ਕੁਐਸਚਨ ਨੰਬਰ 42। ਮਹਾਤਮਾ ਬੁੱਧ ਦੇ ਧਾਰਮਿਕ ਵਿਚਾਰ ਅਤੇ ਵਚਨ ਕਿਹੜੇ ਗ੍ਰੰਥ ਵਿੱਚ ਦਰਜ ਨੇ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਸੁੱਤ ਪਿਟਕ ਦੇ ਵਿੱਚ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 43। ਕਿਹੜਾ ਮਿਲਾਨ ਗਲਤ ਹੈ ਜੀ? ਘਰ ਤਿਆਗ ਘਟਨਾ, ਮਹਾਭਿਨਸ਼ਰਕਰਮਨ, ਗਿਆਨ ਪ੍ਰਾਪਤੀ, ਬੁੱਧ ਪੂਰਨਿਮਾ, ਪਹਿਲਾ ਉਪਦੇਸ਼, ਧਰਮ ਚੱਕਰ ਪਰਿਵਰਤਨ, ਮੌਤ ਦੀ ਘਟਨਾ, ਮਹਾਪਰਿਨਿਰਵਾਣ।
ਸਹੀ ਆਨਸਰ ਹੈ ਜੀ ਆਪਸ਼ਨ ਬੀ। ਜਿਹੜਾ ਗਲਤ ਹੈ ਜੀ, ਗਿਆਨ ਪ੍ਰਾਪਤੀ ਦੀ ਘਟਨਾ ਜਿਹੜੀ ਹੈ ਉਸ ਨੂੰ ਸੰਬੋਧੀ ਕਿਹਾ ਜਾਂਦਾ ਹੈ ਜੀ। ਔਰ ਘਰ ਤਿਆਗ ਦੀ ਘਟਨਾ ਨੂੰ ਮਹਾਪਿੰਚਕਰਮਨ, ਪਹਿਲੇ ਉਪਦੇਸ਼ ਨੂੰ ਧਰਮ ਚੱਕਰ ਪਰਿਵਰਤਨ, ਔਰ ਮੌਤ ਦੀ ਘਟਨਾ ਨੂੰ ਮਹਾਪਰਿਨਿਰਵਾਣ ਕਿਹਾ ਜਾਂਦਾ। ਕੁਐਸਚਨ ਨੰਬਰ 44 ਹੈ ਜੀ, ਬੁੱਧ ਧਰਮ ਦੀ ਕਿਹੜੀ ਸ਼ਾਖਾ ਜਾਦੂ ਟੂਣੇ ਜੰਤਰ ਮੰਤਰ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਵਜਰਯਾਨ ਜੀ। ਵਜਰਯਾਨ ਜਿਹੜੀ ਸ਼ਾਖਾ ਹੈ ਉਹ ਵਿਸ਼ਵਾਸ ਰੱਖਦੀ ਹੈ ਜੀ ਜਾਦੂ ਟੂਣੇ ਦੇ ਵਿੱਚ ਜੀ। ਨੈਕਸਟ ਕੁਐਸਚਨ ਹੈ ਜੀ, ਮਹਾਤਮਾ ਬੁੱਧ ਦੇ ਧਾਰਮਿਕ ਵਿਚਾਰ ਅਤੇ ਵਚਨ ਕਿਹੜੇ ਗ੍ਰੰਥ ਵਿੱਚ ਦਰਜ ਹਨ। ਸੌਰੀ ਬਾਏ ਮਿਸਟੇਕ ਕੁਐਸਚਨ ਰਿਪੀਟ ਹੋ ਗਿਆ। ਕੁਐਸਚਨ ਨੰਬਰ 45 ਹੈ ਜੀ, ਮਹਾਤਮਾ ਬੁੱਧ ਦੀ ਵਿਸ਼ਨੂੰ ਦੇ ਅਵਤਾਰ ਵਿੱਚ ਪੂਜਾ ਕਿਹੜੇ ਕਾਲ ਵਿੱਚ ਸ਼ੁਰੂ ਹੋਈ। ਸਹੀ ਆਨਸਰ ਹੈ ਜੀ ਆਪਸ਼ਨ ਏ ਜੀ, ਰਾਜਪੂਤ ਕਾਲ ਵਿੱਚ। ਸੋ ਰਾਜਪੂਤ ਕਾਲ ਕਿਹੜਾ ਜੀ, 800 ਤੋਂ ਲੈ ਕੇ 1200 ਈਸਵੀ ਪੂਰਵ ਭਾਰਤੀ ਇਤਿਹਾਸ ਦਾ ਅੰਧਕਾਰ ਦਾ ਕਾਲ ਜਿਹੜਾ ਇਸ ਨੂੰ ਕਿਹਾ ਜਾਂਦਾ। ਸੋ ਇਸ ਕਾਲ ਦੇ ਵਿੱਚ ਮਹਾਤਮਾ ਬੁੱਧ ਦੀ ਵਿਸ਼ਨੂੰ ਦੇ ਅਵਤਾਰ ਦੇ ਵਿੱਚ ਪੂਜਾ ਹੋਈ ਸੀ। ਕੁਐਸਚਨ ਨੰਬਰ 46 ਹੈ ਜੀ, ਬੁੱਧ ਧਰਮ ਦੀ ਸ਼ਾਖਾ ਮਹਾਯਾਨ ਕਿਹੜੀ ਭਾਸ਼ਾ ਦਾ ਪ੍ਰਯੋਗ ਕਰਦੇ ਸਨ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਸੰਸਕ੍ਰਿਤ ਭਾਸ਼ਾ ਦਾ ਪ੍ਰਯੋਗ ਕਰਦੇ ਸੀ ਮਹਾਯਾਨ। ਔਰ ਹੀਨਯਾਨ ਜਿਹੜੇ ਨੇ ਪਾਲੀ ਭਾਸ਼ਾ ਦਾ ਪ੍ਰਯੋਗ ਕਰਦੇ ਸੀ ਜੀ। ਔਰ ਜੇਕਰ ਆਪਾਂ ਗੱਲ ਕਰੀਏ ਸ਼ਬਦੀ ਅਰਥ ਦੀ, ਤਾਂ ਮਹਾਯਾਨ ਦਾ ਜਿਹੜਾ ਅਰਥ ਹੈ ਉਹ ਹੈ ਮਹਾਚੱਕਰ। ਹੀਨਯਾਨ ਦਾ ਜਿਹੜਾ ਅਰਥ ਹੈ ਉਹ ਹੈ ਛੋਟਾ ਚੱਕਰ ਜੀ। ਸੋ ਨਾਵਾਂ ਤੋਂ ਸਪਸ਼ਟ ਹੈ ਜੀ, ਮਹਾਯਾਨ ਦੇ ਅਨੁਯਾਈ ਜਿਹੜੇ ਆਪਣੀ ਸੰਪਰਤਾ ਨੂੰ ਵੱਡਾ ਸਮਝਦੇ ਸੀ ਅਤੇ ਆਪਣੇ ਵਿਰੋਧੀਆਂ ਦੀ ਸੰਪਰਤਾ ਨੂੰ ਛੋਟਾ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 47, ਮਹਾਤਮਾ ਬੁੱਧ ਦੀਆਂ ਮੂਰਤੀਆਂ ਦਾ ਸਭ ਤੋਂ ਪਹਿਲਾਂ ਨਿਰਮਾਣ ਕੀਤਾ ਗਿਆ। ਸਹੀ ਆਨਸਰ ਹੈ ਜੀ ਆਪਸ਼ਨ ਡੀ, ਕੰਧਾਰ ਕਲਾ ਸ਼ੈਲੀ ਦੇ ਵਿੱਚ ਜੀ। ਔਰ ਉਹਨਾਂ ਦੀ ਜਿਹੜੀ ਮੂਰਤੀ ਹੈ ਅਪੋਲੋ ਦੇ, ਜਿਹੜਾ ਯੂਨਾਨੀ ਦੇਵਤਾ ਜੀ ਅਪੋਲੋ, ਉਸ ਦੇ ਨਾਲ ਮਿਲਦੀ ਮੁਦਰਾ ਹੈ ਜੀ ਗੰਧਾਰ ਸ਼ੈਲੀ ਦੇ ਵਿੱਚ। ਕੁਐਸਚਨ ਨੰਬਰ 48 ਹੈ ਜੀ, ਕਿਹੜੇ ਸ਼ਾਸਕ ਨੇ ਬੋਧੀ ਭਿਕਸ਼ੂਆਂ ਨੂੰ ਬੁੱਧ ਧਰਮ ਦੇ ਪ੍ਰਚਾਰ ਲਈ ਮੱਧ ਏਸ਼ੀਆ, ਚੀਨ, ਸ਼੍ਰੀਲੰਕਾ ਅਤੇ ਬਰਮਾ ਭੇਜਿਆ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਏ ਅਤੇ ਬੀ ਦੋਨੋਂ, ਅਸ਼ੋਕ ਅਤੇ ਕਨਿਸ਼ਕ ਨੇ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 49, ਕਿਹੜੀ ਰਚਨਾ ਨੂੰ ਬੁੱਧ ਧਰਮ ਦਾ ਵਿਸ਼ਵ ਕੋਸ਼ ਕਿਹਾ ਜਾਂਦਾ ਹੈ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਮਹਾਵਿਭਾਸ਼ਾ ਸ਼ਾਸਤਰ ਨੂੰ ਜਿਹੜਾ ਹੈ ਬੁੱਧ ਧਰਮ ਦਾ ਜਿਹੜਾ ਵਿਸ਼ਵ ਕੋਸ਼ ਕਿਹਾ ਜਾਂਦਾ ਜੀ। ਔਰ ਸੰਸਕ੍ਰਿਤ ਭਾਸ਼ਾ ਵਿੱਚ ਵਾਸੂਮਿੱਤਰ ਰਚਿਤ ਬੁੱਧ ਜਾਤਕਾਂ ਦਾ ਟੀਕਾ ਹੈ ਜੀ। ਔਰ ਇਹ ਜਿਹੜਾ ਵਾਸੂਮਿੱਤ ਸੀ ਉਹ ਕਨਿਸ਼ਕ ਦਾ ਦਰਬਾਰੀ ਵਿਦਵਾਨ ਸੀ। ਕੁਐਸਚਨ ਨੰਬਰ 50 ਜੀ, ਸੰਸਾਰ ਦੁੱਖਾਂ ਦਾ ਘਰ ਹੈ ਸਿਧਾਂਤ ਮਹਾਤਮਾ ਗਾਂਧੀ ਨੇ ਕਿਸ ਤੋਂ ਲਿਆ ਸੀ। ਸਹੀ ਆਨਸਰ ਹੈ ਜੀ ਆਪਸ਼ਨ ਏ, ਉਪਨਿਸ਼ਦ ਤੋਂ ਜੀ। ਕੁਐਸਚਨ ਨੰਬਰ 51 ਹੈ ਜੀ, ਮਹਾਤਮਾ ਬੁੱਧ ਦੇ ਜੀਵਨ ਨਾਲ ਸੰਬੰਧਿਤ ਕਿਹੜਾ ਪ੍ਰਤੀਕ ਗਲਤ ਹੈ। ਘਟਨਾ ਔਰ ਸਾਹਮਣੇ ਪ੍ਰਤੀਕ ਦਿੱਤਾ ਹੈ ਜੀ, ਜਨਮ, ਬੁੱਢੀ ਦਾਈ, ਘਰ ਤਿਆਗ, ਘੋੜਾ, ਔਰ ਨਿਰਵਾਣ, ਪੈਰਾਂ ਦੇ ਚਿੰਨ੍ਹ, ਮੌਤ, ਸਤੂਪ ਜੀ। ਸਹੀ ਆਨਸਰ ਹੈ ਜੀ ਆਪਸ਼ਨ ਏ। ਸੋ ਇਹ ਜਿਹੜੀ ਹੈ ਗਲਤ ਹੈ। ਜਿਹੜਾ ਉਹਨਾਂ ਦਾ ਜਨਮ ਹੈ ਉਹ ਕਮਲ ਅਤੇ ਬਲਦ ਜਿਹੜੇ ਨੇ ਉਸ ਦੇ ਪ੍ਰਤੀਕ ਨੇ ਜੀ। ਘਰ ਤਿਆਗ ਦਾ ਘੋੜਾ ਆਪਾਂ ਨੂੰ ਪਤਾ ਕਿ ਘੋੜੇ 'ਤੇ ਘਰ ਤਿਆਗ ਸੀ। ਨਿਰਵਾਣ ਜਿਹੜਾ ਹੈ ਪੈਰਾਂ ਦੇ ਚਿੰਨ੍ਹ, ਔਰ ਮੌਤ ਨੂੰ ਦਰਸਾਉਂਦੇ ਨੇ ਜਿਹੜੇ ਉਹ ਸਤੂਪ ਨੇ ਜੀ। ਕੁਐਸਚਨ ਨੰਬਰ 52 ਜੀ, ਭਾਰਤ ਤੋਂ ਬਾਹਰ ਸਭ ਤੋਂ ਵੱਡਾ ਸਤੂਪ ਕਿੱਥੇ ਆ। ਸਹੀ ਆਨਸਰ ਹੈ ਜੀ ਆਪਸ਼ਨ ਸੀ, ਇੰਡੋਨੇਸ਼ੀਆ ਦੇ ਵਿੱਚ ਜੀ। ਸੋ ਇੰਡੋਨੇਸ਼ੀਆ ਜਾਵਾ ਬੋਰੋਬਦੂਰ ਦਾ ਜਿਹੜਾ ਬੁੱਧ ਸਤੂਪ ਹੈ ਜੀ ਉਹ ਸਭ ਤੋਂ ਵੱਡਾ। ਨੈਕਸਟ ਹੈ ਜੀ ਕੁਐਸਚਨ ਨੰਬਰ 53, ਸੋਤਾਂਤਰਿਕ ਅਤੇ ਵਿਭਾਸ਼ਕ ਨਾਮਕ ਵਰਗ ਕਿਹੜੇ ਧਰਮ ਨਾਲ ਸੰਬੰਧਿਤ ਨੇ ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਬੁੱਧ ਧਰਮ ਨਾਲ ਸੰਬੰਧਿਤ ਨੇ ਜੀ। ਔਰ ਇਹ ਜੇਕਰ ਪੁੱਛਿਆ ਜਾਏ ਕਿ ਸੋਤਾਂਤਰਿਕ ਅਤੇ ਵਿਭਾਸ਼ਕ ਕੀ ਨੇ, ਹੀਨਯਾਨ ਦੀਆਂ ਅੱਗੇ ਫਿਰ ਦੋ ਸ਼ਾਖਾਵਾਂ ਬਣ ਗਈਆਂ ਸੀ ਜੀ, ਇੱਕ ਸੋਤਾਂਤਰਿਕ ਅਤੇ ਦੂਜੀ ਵਿਭਾਸ਼ਕ ਜੀ। ਕੁਐਸਚਨ ਨੰਬਰ 54 ਹੈ ਜੀ, ਬਦਾਮੀ ਗੁਫਾਵਾਂ ਮੰਦਰਾਂ ਦਾ ਸੰਬੰਧ ਕਿਹੜੇ ਧਰਮ ਦੇ ਨਾਲ ਹੈ ਜੀ। ਸਹੀ ਆਨਸਰ ਹੈ ਜੀ ਆਪਸ਼ਨ ਡੀ, ਉਪਰੋਕਤ ਸਾਰਿਆਂ ਦੇ ਨਾਲ ਜੀ। ਹਿੰਦੂ ਧਰਮ ਨਾਲ, ਬੁੱਧ ਧਰਮ ਅਤੇ ਜੈਨ ਧਰਮ ਦੇ ਨਾਲ ਜੀ। ਔਰ ਚਾਲਕਿਆ ਵੰਸ਼ ਦੇ ਰਾਜਿਆਂ ਨੇ ਇਹਨਾਂ ਨੂੰ ਬਣਵਾਇਆ ਸੀ ਜੀ। ਕੁਐਸਚਨ ਨੰਬਰ 55 ਹੈ ਜੀ, ਥੇਰ ਗਾਥਾ ਅਤੇ ਥੇਰੀ ਗਾਥਾ ਦਾ ਸੰਬੰਧ ਕਿਸ ਧਰਮ ਦੇ ਨਾਲ ਹੈ ਜੀ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਬੁੱਧ ਧਰਮ ਦੇ ਨਾਲ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 56, ਅਸ਼ੋਕ ਨੇ ਬੁੱਧ ਧਰਮ ਅਪਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਕਿਹੜੇ ਪਵਿੱਤਰ ਸਥਾਨ ਦੀ ਯਾਤਰਾ ਕੀਤੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਬੋਧ ਗਇਆ। ਸੋ ਇਸ ਦੀ ਜਿਹੜੀ ਉਹਨਾਂ ਨੇ ਯਾਤਰਾ ਕੀਤੀ ਸੀ ਕਲਿੰਗ ਦੇ ਯੁੱਧ ਤੋਂ ਬਾਅਦ ਜੀ। ਕੁਐਸਚਨ ਨੰਬਰ 57 ਹੈ ਜੀ,
ਮਹਾਤਮਾ ਬੁੱਧ ਨਾਲ ਸੰਬੰਧਿਤ ਪਾਵਾ ਅਤੇ ਕੁਸ਼ੀਨਗਰ ਨਾਮਕ ਸਥਾਨ 16 ਗਣਰਾਜਾਂ ਵਿੱਚੋਂ ਕਿਸ ਗਣਰਾਜ ਦੇ ਵਿੱਚ ਪੈਂਦੇ ਸੀ ਜੀ। ਸੋ 16 ਜਿਹੜੇ ਗਣਰਾਜ ਸੀ ਉਸ ਸਮੇਂ ਦੇ, ਉਹਨਾਂ ਵਿੱਚੋਂ ਕਿਸ ਰਾਜ ਦੇ ਵਿੱਚ ਸੀ, ਕਿਸ ਗਣਰਾਜ ਦੇ ਵਿੱਚ ਸੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਮੱਲ ਦੇ ਵਿੱਚ ਜੀ। ਔਰ ਬਾਅਦ ਦੇ ਵਿੱਚ ਆਜ਼ਾਦ ਸ਼ਤਰੂ ਨੇ ਮਗਧ ਦੇ ਵਿੱਚ ਇਸ ਨੂੰ ਮਿਲਾ ਲਿਆ ਸੀ ਜੀ। ਕੁਐਸਚਨ ਨੰਬਰ 58 ਹੈ ਜੀ, ਗੁਪਤਕਾਲੀਨ ਮਹਾਤਮਾ ਬੁੱਧ ਦੀ 7.5 ਫੁੱਟ ਦੀ ਤਾਂਬੇ ਦੀ ਮੂਰਤੀ ਕਿੱਥੋਂ ਪ੍ਰਾਪਤ ਹੋਈ ਹੈ? ਸਹੀ ਆਨਸਰ ਹੈ ਜੀ ਆਪਸ਼ਨ ਏ ਜੀ, ਨਾਲੰਦਾ। ਨਾਲੰਦਾ ਤੋਂ ਪ੍ਰਾਪਤ ਹੋਈ ਜੀ। ਇਸ ਤੋਂ ਇਲਾਵਾ ਸੁਲਤਾਨਗੰਗ ਭਾਗਪੁਰ ਤੋਂ ਵੀ ਹੋਈ ਹੈ, ਜੋ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਹੈ ਜੀ। ਕੁਐਸਚਨ ਨੰਬਰ 59 ਹੈ ਜੀ, ਪ੍ਰਸਿੱਧ ਬੌਧ ਭਿਕਸ਼ੂ ਨਾਗਾਰਜੁਨ ਦਾ ਸੰਬੰਧ ਕਿਸ ਸੰਪਰਦਾਇ ਨਾਲ ਸੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਮਹਾਯਾਨ ਦੇ ਨਾਲ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 60, ਕਿਸ ਹੂਣ ਸ਼ਾਸਕ ਨੇ ਹਜ਼ਾਰਾਂ ਬੋਧੀਆਂ ਦਾ ਕਤਲ ਕਰਵਾਇਆ ਸੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਮਿਹਰ ਕੁੱਲ ਨੇ ਜੀ। ਸੋ ਇਹ ਸੀ ਜੀ ਅੱਜ ਦੇ ਆਪਣੇ 60 ਇੰਪੋਰਟੈਂਟ MCQ ਜੀ। ਹੋਰ ਵੀ ਕਾਫੀ ਕੁਝ ਆਪਾਂ ਡਿਸਕਸ ਕਰ ਲਿਆ ਵੀਡੀਓ 'ਚ। ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ। ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।